ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਜਾਈ, ਤੇਰੇ ਗੁਣ ਗਾਵਾਂ ਦੇਹ 부ਜਾਈ। ਜੈਸੇ ਸੱਚ ਮੈਂ ਰਹੋ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਇਹ ਸੁਭਾਗ ਸਮਾਂ ਸਾਨੂੰ ਸਤਿਗੁਰੂ ਦੀ ਬਾਣੀ ਵਿਚਾਰਨ ਦਾ ਮਿਲਿਆ ਹੈ। ਜਿਤਨੇ ਵੀ ਮਾਈ ਭਾਈ ਬੈਠੇ ਹੋ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਮਨ ਬਿਰਤੀਆਂ ਇਕਾਗਰ ਕਰੀਏ। ਜਿਸ ਤਰ੍ਹਾਂ ਵੀਰ ਜੀ ਨੇ ਬੇਨਤੀ ਕੀਤੀ ਹੈ, ਕੈਮਰਾ ਔਨ ਕਰਕੇ ਬੈਠੋ, ਇਕਾਗਰਤਾ ਜ਼ਿਆਦਾ ਬਣਦੀ ਹੈ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਬੋਲ ਹਨ। ਦੇਖੋ, ਸੰਸਾਰ ਦੇ ਵਿੱਚ ਛੋਟੀ ਉਮਰ ਵਿੱਚ ਕਿਸੇ ਦੇ ਮਾਤਾ ਪਿਤਾ ਚਲੇ ਜਾਣ, ਚੜ੍ਹਾਈ ਕਰ ਜਾਣ, ਤੇ ਸਗੇ ਸੰਬੰਧੀ ਸਾਥ ਛੱਡ ਜਾਣ। ਇਮੇਜਿਨ ਕਰੋ ਕਿ ਉਸ ਬੱਚੇ ਤੇ ਕਿਤਨਾ ਔਖਾ ਸਮਾਂ ਹੋਏਗਾ ਕਿ ਇੱਕ ਤੇ ਮਾਤਾ ਪਿਤਾ ਦਾ ਗਮ, ਉੱਤੋਂ ਸਾਗ ਸੰਬੰਧੀ ਵੀ ਮੂੰਹ ਫੇਰ ਲੈਣ। ਉਸ ਬੱਚੇ ਦੀ ਕੀ ਹਾਲਤ ਹੁੰਦੀ ਹੈ। ਇਹ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਅਸੀਂ ਪਰਮਾਤਮਾ ਦਾ ਆਸਰਾ ਟੇਕ ਨਹੀਂ ਫੜਦੇ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੋਂ ਕੁੰਟ ਮਾਨੈ। ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਅਸੀਂ ਉਸ ਗੁਰੂ ਨਾਨਕ ਦੇ ਘਰ ਦੀ ਅੱਜ ਗੱਲ ਕਰਨੀ ਹੈ ਕਿ ਜਦ ਸਾਰੇ ਆਸਰੇ ਇੱਕ ਮੁਸ਼ਕਲ ਹੁੰਦੀ ਹੈ। ਇੱਕ ਹੁੰਦੀ ਅੱਤ ਦੀ ਮੁਸ਼ਕਲ। ਛੋਟੀ ਉਮਰੇ ਵਿੱਚ ਮਾਤਾ ਪਿਤਾ ਦਾ ਸਾਇਆ ਟੁਰ ਜਾਏ, ਇਹਨੂੰ ਕਹਿੰਦੇ ਨੇ ਅੱਤ ਦੀ ਮੁਸ਼ਕਲ। ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਥ ਵੀ ਭੱਜ ਖਲੇ। ਸਭੋ ਭੱਜੇ ਆਸਰਾ, ਚੂਕੇ ਸਭ ਅਸਰਾਓ। ਚੀਤ ਆਵੇ ਉਸ ਪਾਰ ਬ੍ਰਹਮ, ਲਗੇ ਨਾ ਤੱਤੀ ਵਾਓ। ਜਦੋਂ ਸਾਰੇ ਆਸਰੇ ਛੱਡ ਦਿੰਦਾ ਹੈ ਬੰਦੇ ਤੇ ਫਿਰ ਉਹਨੂੰ ਉਸ ਪਰਮਾਤਮਾ ਦਾ ਆਸਰਾ ਯਾਦ ਆਉਂਦਾ ਹੈ। ਮੈਂ ਉਸ ਬੱਚੇ ਦੀ ਗੱਲ ਕਰ ਰਿਹਾ ਹਾਂ, ਭਾਈ ਜੇਠਾ ਜੀ ਦੀ। ਛੋਟੀ ਉਮਰ ਹੈ, ਮਾਤਾ ਪਿਤਾ ਦਾ ਸਾਇਆ ਸਿਰ ਤੋਂ ਹਟ ਗਿਆ।
ਸ਼ਰੀਕ ਸਨ ਜਿਹੜੇ, ਉਹ ਵੀ ਕੰਨੀ ਕਤਰਾ ਗਏ। ਬੁੱਢੀ ਮਾਤਾ ਨਾਨੀ ਆਪਣੇ ਪਿੰਡ ਲੈ ਗਈ ਬਸਰ ਕੇ। ਤੋ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਮਿਲੀ, ਇੱਕ ਮਨ ਦੇ ਵਿੱਚ ਆਸ਼ਾ ਦੀ ਇੱਕ ਕਿਰਨ ਜਗ ਪਈ ਕਿ ਮੇਰੇ ਗੁਰੂ ਮੇਰੀ ਬਾਂਹ ਫੜਨਗੇ। ਇਹ ਗੁਰੂ ਘਰ ਦੀ ਇੱਕ ਬੜੀ ਵਡਿਆਈ ਹੈ ਸਾਧ ਸੰਗਤ, ਕਿ ਜਦ ਤੁਸੀਂ ਦੁਨੀਆ ਦੇ ਆਸਰੇ ਤੋਂ ਬੰਦਾ ਫੇਲ ਹੋ ਜਾਂਦਾ ਹੈ, ਜਦ ਸਾਰੇ ਆਸਰੇ ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਉਸ ਵੇਲੇ ਫਿਰ ਜਦ ਪਰਮਾਤਮਾ ਨੂੰ ਯਾਦ ਕਰਦਾ ਹੈ, ਗੁਰੂ ਨੂੰ ਯਾਦ ਕਰਦਾ ਹੈ, ਗੁਰੂ ਉਸ ਦੀਆਂ ਝੋਲੀਆਂ ਭਰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਕਿਉਂਕਿ ਗੁਰੂ ਨਾਨਕ ਦੇ ਘਰ ਦੀ ਇੱਕ ਬੜੀ ਵੱਡੀ ਗੱਲ ਹੈ, ਮੈਂ ਗੁਰਬਾਣੀ ਰਾਹੀਂ ਆਪ ਜੀ ਨੂੰ ਸਾਂਝ ਕਰਾਂਗਾ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਕਿਆ ਵੱਡਿਆਂ ਸਿਉ ਕਰ ਰੀਸ। ਜਿੱਥੇ ਨੀਚ ਸਮਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਸੰਸਾਰ ਦੇ ਵਿੱਚ ਨੀਵੇਂ ਤੋਂ ਨੀਵਾਂ ਹੋਵੇ, ਜੋ ਲੋਕ ਸਮਝਦੇ ਨੇ, ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਦਾ ਸਾਥ ਕਰਨਾ, ਗਰੀਬਾਂ ਦਾ ਨਿਵਾਸਦਾ ਹੈ। ਇਹ ਨਹੀਂ ਕਿ ਉਹ ਅਮੀਰਾਂ ਨੂੰ ਗੁਰੂ ਸਾਹਿਬ ਘ੍ਰਿਣਾ ਕਰਦੇ ਨੇ, ਹੇਟ ਕਰਦੇ ਨੇ, ਐਸੀ ਗੱਲ ਨਹੀਂ। ਮਾਇਆਧਾਰੀ ਨੂੰ ਮਹਾਰਾਜ ਨੇ, ਇਹ ਨਹੀਂ ਕਿ ਮਾਇਆਧਾਰੀ ਨਾਲ ਮਹਾਰਾਜ ਰੋਸ ਕਰ ਰਹੇ ਨੇ। ਮਾਇਆ ਹੋਣੀ ਮਾੜੀ ਨਹੀਂ ਹੈ, ਮਾਇਆ ਦਾ ਅਹੰਕਾਰ ਹੋ ਜਾਣਾ ਮਾੜਾ ਹੈ। ਕੋਈ ਡਾਕਟਰ ਹੈ, ਡਿਗਰੀਆਂ ਲੈ ਕੇ ਡਾਕਟਰ ਬੰਦਾ ਹੈ, ਮਾੜਾ ਨਹੀਂ ਹੈ, ਪਰ ਡਾਕਟਰ ਬਣ ਕੇ ਡਾਕਟਰੀ ਦਾ ਅਹੰਕਾਰ ਹੋ ਜਾਣਾ ਉਹ ਮਾੜਾ ਹੈ। ਉਹਨੂੰ ਕਹਿੰਦੇ ਨੇ ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬੋ ਰੋਲ ਕਚੋਲਾ। ਮਾਇਆ ਨੂੰ ਮਾਰਿਆ ਨਹੀਂ ਕਿ ਮਾਇਆਧਾਰੀ ਨਾਲ ਮਹਾਰਾਜ ਉਹਨਾਂ ਤੋਂ ਗੁੱਸਾ ਕਰ ਰਹੇ ਨੇ ਜਾਂ ਉਹਨਾਂ ਨੂੰ ਮਾੜਾ ਕਹਿ ਰਹੇ, ਨਹੀਂ, ਮਾਇਆ ਨੂੰ ਧਾਰ ਲਿਆ ਜਿਨ੍ਹਾਂ ਨੇ। ਤਾਂ ਗੁਰੂ ਸਾਹਿਬ ਦੇ ਦਰ ਤੇ ਜਦੋਂ ਕੋਈ ਆਉਂਦਾ ਹੈ, ਕੀ ਹੁੰਦਾ ਹੈ? ਗੁਰੂ ਉਹਦੀਆਂ ਝੋਲੀਆਂ ਭਰ ਦਿੰਦਾ ਹੈ। ਅਸੀਂ ਕਦੀ ਇਸ ਗੱਲ ਨੂੰ ਕਦੀ ਸੋਚਦੇ ਵਿਚਾਰਦੇ ਨਹੀਂ ਹਾਂ। ਮੈਂ ਕਈ ਵਾਰੀ ਬੈਠਣਾ ਗੁਰਦੁਆਰੇ ਸਾਹਿਬ, ਮੇਰਾ ਧਿਆਨ ਨਾ ਗੁਰੂ ਦੇ ਚੰਦੋਏ ਵੱਲ ਚਲਾ ਜਾਂਦਾ ਹੈ। ਮੈਂ ਕਹਿੰਦਾ ਇੱਕ ਕੱਪੜੇ ਵੱਲ ਮੈਂ ਵੇਖਣਾ, ਮੈਂ ਕਿਹਾ ਕੱਪੜਾ, ਸ਼ਰਟ ਅਸੀਂ ਵੀ ਪਾਈਏ ਕੱਪੜੇ ਦੀ, ਤੁਸੀਂ ਵੀ ਪਾਏ ਨੇ ਕੱਪੜੇ, ਪਰ ਜਿਹਨੂੰ ਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਜੇ ਉਹੀ ਕੱਪੜਾ ਚੰਦੋਏ ਦਾ ਰੂਪ ਧਾਰ ਲੇ ਤੇ ਚੰਦੋਆ ਸਾਹਿਬ ਬਣ ਜਾਂਦਾ ਹੈ। ਧਿਆਨ ਦੇਣਾ, ਲੱਕੜ ਤੁਹਾਡੇ ਘਰਾਂ 'ਚ ਵੀ ਬੜੀ ਹੋਏਗੀ, ਕੁਰਸੀਆਂ ਟੇਬਲ ਬੜੇ ਹੋਣਗੇ, ਪਰ ਜਦੋਂ ਲੱਕੜ ਦੀ ਘਾੜਤ ਕੜ ਕੇ ਪੀੜਾ ਤਿਆਰ ਹੁੰਦਾ ਨਾ, ਤੇ ਉਹ ਪੀੜਾ ਵੀ ਪੂਜਣਯੋਗ ਹੋ ਜਾਂਦਾ, ਉਹਨੂੰ ਪੀੜਾ ਸਾਹਿਬ ਕਹਿੰਦੇ ਨੇ। ਧਿਆਨ ਦੇਣਾ ਜਰਾ। ਕਾਗਜ਼ ਦੁਨੀਆ ਵਿੱਚ ਬੜੇ ਰੁਲਦੇ ਹੁੰਦੇ ਨੇ, ਕਾਗਜ਼ ਦੁਨੀਆ ਬੜੇ ਰੁਲਦੇ ਨੇ। ਤੁਸੀਂ ਵੀ ਕੰਮ ਕਰਦੇ ਹੋ, ਕੋਈ ਵੇਸਟ ਕਾਗਜ਼ ਨੂੰ ਈਵਨ ਤੁਸੀਂ ਡਸਟਬਿਨ 'ਚ ਸੁੱਟ ਦਿੰਦੇ ਆ, ਪਰ ਮੈਂ ਜਦ ਗੁਰੂ ਗ੍ਰੰਥ ਸਾਹਿਬ ਦਾ ਉਹ ਕਾਗਜ਼ਾਂ ਦੇ ਵਿੱਚ ਦਰਸ਼ਨ ਕਰਨਾ, ਮੈਂ ਕਹਿੰਦਾ ਧੰਨ ਸੁਕਾਗਤ ਕਲਮ ਧੰਨ। ਉਹ ਕਾਗਜ਼ ਵੀ ਧੰਨ ਹੋ ਜਾਂਦਾ ਹੈ। ਤੇ ਇੰਨੀਆਂ ਚੀਜ਼ਾਂ ਧੰਨ ਹੋ ਜਾਂਦੀਆਂ ਨੇ, ਗੁਰੂ ਦੇ ਨਾਲ ਲੱਗ ਕੇ ਸਭ ਹੋ ਜਾਂਦੀਆਂ ਨੇ।
ਇੱਕ ਹੋਰ ਗੱਡੀ ਗੱਲ, ਇੱਕ ਥੋੜੀ ਹਟ ਕੇ ਵੇ, ਮੈਂ ਅੱਜ ਸੋਚ ਰਿਹਾ ਸੀ, ਦੇਖੋ ਕਕਾਰ ਅਸੀਂ ਪਾਉਂਦੇ ਹਾਂ, ਕੇਸ, ਕੜਾ, ਕਿਰਪਾਨ, ਕੰਗਾ ਤੇ ਕਛਹਿਰਾ, 5 ਕਕਾਰ ਨੇ। ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਗੁਰੂ ਸਾਹਿਬ ਨੇ ਪਤਾ ਕਿਹਨੂੰ ਪਿਆਰ ਕੀਤਾ ਹੈ? ਕੇਸਾਂ ਨੂੰ। ਤੁਸੀਂ ਦੇਖੋ, ਤੁਹਾਨੂੰ ਗੁਰਦੁਆਰਾ ਕੰਗਾ ਸਾਹਿਬ ਨਹੀਂ ਮਿਲੇਗਾ, ਗੁਰਦੁਆਰਾ ਕਛਹਿਰਾ ਸਾਹਿਬ ਨਹੀਂ ਮਿਲੇਗਾ, ਗੁਰਦੁਆਰਾ ਕੜਾ ਸਾਹਿਬ ਨਹੀਂ ਮਿਲੇਗਾ, ਗੁਰਦੁਆਰਾ ਸ੍ਰੀ ਸਾਹਿਬ ਨਹੀਂ ਮਿਲੇਗੀ, ਪਰ ਤੁਹਾਨੂੰ ਗੁਰਦੁਆਰਾ ਕੇਸਗੜ੍ਹ ਸਾਹਿਬ ਜ਼ਰੂਰ ਮਿਲੇਗਾ। ਧਿਆਨ ਦੇਣਾ ਜਰਾ, ਕੇਸਗੜ੍ਹ ਸਾਹਿਬ, ਕੇਸਾਂ ਨੂੰ ਇਤਨੀ ਮਾਨਤਾ ਹੈ। ਤੇ ਮੈਂ ਜਦ ਗੁਰੂ ਦੇ ਦੁਆਰੇ ਜਾ ਕੇ ਬਹਿਣਾ ਵਾਂ, ਮੈਂ ਕਹਿੰਦਾ ਕਾਗਜ਼ ਉਹੀ ਏ, ਲੱਕੜ ਵੀ ਉਹੀ ਹੋਈ ਏ, ਕੱਪੜਾ ਵੀ ਉਹੀ ਹੋਈ ਏ, ਪਰ ਉਹ ਧਨ ਹੋ ਜਾਂਦੀ ਏ, ਉਹ ਪੂਜਣ ਯੋਗ ਹੋ ਜਾਂਦੀ ਏ, ਉਹ ਸਾਹਿਬ ਮਾਲਕ ਬਣ ਜਾਂਦੀ ਏ। ਸਾਹਿਬ ਜਿਹਨੂੰ ਕਹਿੰਦੇ ਨੇ, ਮਾਲਕ ਨੂੰ ਕਹਿੰਦੇ ਨੇ ਨਾ। ਤੇ ਮੈਂ ਜਦ ਵੇਖਣਾ, ਮੈਂ ਕਹਿੰਦਾ ਜੇ ਅਸੀਂ ਗੁਰੂ ਦੇ ਨਾਲ ਲੱਗਾਂਗੇ ਤੇ ਸਾਨੂੰ ਮਾਲਕੀ ਨਹੀਂ ਮਿਲੇਗੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਦੁਨਿਆਵੀ ਤੇ ਪਰਲੋਕ ਦੀਆਂ ਦਾਤਾਂ ਨੇ। ਦੇਖੋ ਕਬੀਰ ਸਾਹਿਬ ਜਦ ਘਰੋਂ ਨਿਕਲੇ ਨਾ, ਤੇ ਸਾਰਿਆਂ ਨੇ ਕਬੀਰ ਸਾਹਿਬ ਨੂੰ ਕਿਹਾ ਵਿਗੜ ਗਿਆ। ਕਬੀਰ ਸਾਹਿਬ ਕਹਿੰਦੇ ਨੇ ਮੈਂ ਵਿਗੜਿਆ ਹੀ ਚੰਗਾ, ਦੁਨੀਆ ਦੇ ਲੋਕੋ ਮੈਂ ਵਿਗੜਿਆ ਹੀ ਚੰਗਾ। ਮੈਨੂੰ ਤੁਸੀਂ ਮਾੜਾ ਕਹਿ ਰਹੇ ਹੋ ਨਾ, ਮੈਂ ਮਾੜਾ ਹੀ ਚੰਗਾ ਹਾਂ। ਉਹਨਾਂ ਨੇ ਇੱਕ ਸ਼ਬਦ ਆਉਂਦਾ, ਗੰਗਾ ਕੇ ਸੰਗ ਸਲਿਤਾ ਬਿਗੜੀ। ਸਲਿਤਾ ਹੁੰਦੀ ਨਦੀ, ਨਦੀ ਤੇ ਉਹਦੀ ਕੋਈ ਮੁੱਲ ਨਹੀਂ ਸੀ, ਕੋਈ ਉਹਦੀ ਵੈਲਿਊ ਨਹੀਂ ਸੀ। ਜਦੋਂ ਨਦੀ ਗੰਗਾ ਵੱਲ ਗਈ ਨਾ, ਗੰਗਾ ਵਿੱਚ ਗਈ ਤੇ ਦੁਨੀਆ ਨੇ ਕਿਹਾ ਵਿਗੜ ਗਈ ਏ। ਤੇ ਭਗਤ ਜੀ ਕਹਿੰਦੇ ਨੇ ਸੋ ਸਲਤਾ ਗੰਗਾ ਹੋਏ ਨਿਬੜੀ। ਉਹ ਵਾਲੀ ਨਦੀ ਸੀ ਨਾ, ਉਹ ਗੰਗਾ ਹੋ ਕੇ ਨਿਬੜ ਗਈ। ਤੇ ਅੱਗੇ ਚੱਲ ਕੇ ਕਹਿੰਦੇ ਨੇ ਚੰਦਨ ਕੇ ਸੰਗ ਤਰਵਰ ਬਿਗੜਿਓ। ਤਰਵਰ ਇੱਕ ਰੁੱਖ ਹੈ, ਚੰਦਨ ਦੇ ਨਾਲ ਜਦੋਂ ਉਹ ਰੁੱਖ ਲੱਗਦਾ ਹੈ, ਉਹਦੇ ਵਿੱਚ ਵੀ ਚੰਦਨ ਵਰਗੀ ਖੁਸ਼ਬੂ ਆ ਜਾਂਦੀ ਹੈ। ਤੁਸੀਂ ਅਕਸਰ ਦੇਖੋ, ਜਿਹੜੀ ਤੁਸੀਂ ਲੱਕੜੀਆਂ ਖਰੀਦਦੇ ਹੋ ਨਾ ਬਾਜ਼ਾਰ ਵਿੱਚੋਂ, ਉਹ ਚੰਦਨ ਦੀਆਂ ਘੱਟ, ਪਿਓਰ ਚੰਦਨ ਦੀ ਘੱਟ ਹੁੰਦੀ ਹੈ, ਪਰ ਉਹਦੇ ਨਾਲ ਜਿਹੜੇ ਦਰਖਤ ਪੇੜ ਹੁੰਦੇ ਨੇ ਨਾ, ਉਹਨਾਂ ਨੂੰ ਇੰਨੀ ਖੁਸ਼ਬੂ ਦੇ ਦਿੰਦਾ ਹੈ, ਕਿਉਂਕਿ ਉਹਨਾਂ ਨੇ ਸੰਗ ਕਿਹਦਾ ਕੀਤਾ ਸੀ? ਚੰਦਨ ਦਾ। ਸੋ ਤਰਵਰ ਚੰਦਨ ਹੋਏ ਨਿਬਰਿਓ। ਭਗਤ ਜੀ ਕਹਿੰਦੇ ਨੇ ਪਾਰਸ ਕੇ ਸੰਗ ਤਾਂਬਾ ਵਿਗੜਿਓ। ਤਾਂਬਾ ਸੀ ਨਾ, ਜਦੋਂ ਪਾਰਸ ਦਾ ਸੰਗ ਕੀਤਾ, ਸੋ ਤਾਂਬਾ ਕੰਚਨ ਹੋਏ ਨਿਬੜਿਓ, ਉਹ ਸੋਨਾ ਬਣ ਗਿਆ। ਤੇ ਇੰਨੇ ਉਦਾਹਰਣ ਦੇਣ ਤੋਂ ਬਾਅਦ ਕਬੀਰ ਸਾਹਿਬ ਕਹਿੰਦੇ ਨੇ ਸੰਤਨ ਸੰਗ ਕਬੀਰਾ ਵਿਗੜਿਓ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਕਹਿੰਦੇ ਦੁਨੀਆ ਦੇ ਲੋਕੋ, ਮੈਂ ਜਦ ਗੁਰੂ ਦਾ ਸੰਗ ਕੀਤਾ ਨਾ, ਤੇ ਲੋਕ ਕਹਿਣ ਕਿ ਕਬੀਰ ਸਾਹਿਬ ਵਿਗੜ ਗਏ ਨੇ। ਕਹਿੰਦੇ ਨੇ ਸੋ ਕਬੀਰ ਰਾਮੇ ਹੋਏ ਨਿਬੜਿਓ। ਕਹਿੰਦੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਦੁਨੀਆ ਦੇ ਲੋਕੋ, ਤੁਸੀਂ ਮੈਨੂੰ ਕਹਿੰਦੇ ਹੋ ਮੈਂ ਵਿਗੜ ਗਿਆ ਵਾਂ, ਮੈਂ ਤੇ ਰਾਮ ਦਾ ਰੂਪ ਹੋ ਕੇ ਨਿਬੜ ਗਿਆ ਵਾਂ। ਤਾਂ ਸਾਧ ਸੰਗਤ, ਭਾਈ ਜੇਠਾ ਜੀ ਨੂੰ ਗੁਰੂ ਸਾਹਿਬ ਨੇ ਆਪਣੇ ਅੰਗ ਦੇ ਨਾਲ ਲਗਾ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਬਣਾ ਦਿੱਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮੈਂ ਪਹਿਲਾਂ ਕਿਹਾ, ਇੱਕ ਕਾਗਜ਼ ਦਾ ਮੁੱਲ ਨਹੀਂ ਸੀ, ਇੱਕ ਲੱਕੜ ਦਾ ਮੁੱਲ ਨਹੀਂ ਸੀ, ਇੱਕ ਕੱਪੜੇ ਦਾ ਮੁੱਲ ਨਹੀਂ ਸੀ, ਪਰ ਜਦੋਂ ਸੰਗਤ ਗੁਰੂ ਦੀ ਹੋ ਗਈ, ਉਹਨਾਂ ਨੂੰ ਮਾਲਕੀ ਮਿਲ ਗਈ। ਚਾਂਦਨੀ ਸਾਹਿਬ ਹੋ ਗਿਆ, ਚੰਦੋਆ ਸਾਹਿਬ ਹੋ ਗਿਆ, ਪੀੜਾ ਸਾਹਿਬ ਹੋ ਗਿਆ, ਚੌਵਰ ਸਾਹਿਬ ਹੋ ਗਿਆ, ਈਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਏ। ਕਾਗਜ਼ ਸੀ ਨਾ, ਸਾਰੇ ਕਾਗਜ਼ ਥੋੜਾ ਪੂਜਦੇ ਹੋ ਤੁਸੀਂ। ਤੁਸੀਂ ਦੱਸੋ, ਘਰ ਤੁਹਾਡੇ ਕਿਤਾਬਾਂ ਦੇ ਢੇਰ ਲੱਗਿਆ ਹੋਵੇ, ਤੁਸੀਂ ਪੂਜੋਗੇ? ਨਹੀਂ।
ਜਿਹਦੇ ਉੱਤੇ ਰਾਮ ਦਾ ਨਾਮ ਲਿਖਿਆ ਗਿਆ ਨਾ, ਤੇ ਉਹ ਪੂਜਿਆ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ, ਜਦ ਅਸੀਂ ਗੁਰੂ ਦੇ ਨਾਲ ਲੱਗਾਂਗੇ, ਜਿਸ ਨੀਚ ਕੋ ਕੋਈ ਨਾ ਜਾਣੇ। ਗੁਰੂ ਰਾਮਦਾਸ ਪਾਤਸ਼ਾਹ ਨੇ ਕੀ ਕਿਹਾ ਸੀ ਜਦੋਂ ਗੱਦੀ ਤੇ ਬੈਠੇ, ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਕੁਛ ਮੁਖ ਤੋਂ ਬੋਲੋ, ਤੇ ਅੱਖਾਂ ਵਿੱਚੋਂ ਨੀਰ ਵਹਿ ਰਿਹਾ ਸੀ, ਤੇ ਇਹੀ ਕਿਹਾ ਸੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਉਹਨਾਂ ਨੂੰ ਉਹ ਸਮਾਂ ਯਾਦ ਆ ਗਿਆ ਚੂਨਾ ਮੰਡੀ ਲਾਹੌਰ ਦਾ, ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ, ਸਾ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਸਾਨੂੰ ਇਸ ਨੂੰ ਕੋਈ ਨਹੀਂ ਪੁੱਛਦਾ ਸੀ, ਕਿਸੇ ਨੇ ਘਾਹ ਨਹੀਂ ਪਾਈ, ਕਿਸੇ ਨੇ ਮੇਰੀ ਬਾਂਹ ਨਹੀਂ ਫੜੀ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀੜੇ ਹਮ ਥਾਪੇ। ਇੱਕ ਮੈਂ ਕੀੜੇ ਨੂੰ ਮੈਨੂੰ ਥਾਪ ਦਿੱਤਾ। ਉਹ ਚਾਵੇ ਤੇ ਖਿੰਨ ਭਰ ਵਿੱਚ ਪਾਤਸ਼ਾਹੀਆਂ ਬਖਸ਼ ਦਿੰਦਾ ਹੈ। ਦੇਖੋ ਕਿੰਨੀ ਵਡਿਆਈ ਹੈ ਗੁਰੂ ਦੀ। ਖਿੰਨ ਮੇ ਥਾਪ, ਉਥਾਪਨ ਹਾਰਨ ਵਾਲਾ ਪਰਮਾਤਮਾ, ਉਹ ਸਾਨੂੰ ਖਿੰਨ ਵਿੱਚ, ਉਹ ਸਾਨੂੰ ਪਾਤਸ਼ਾਹੀਆਂ ਬਖਸ਼ ਸਕਦਾ ਹੈ। ਜੇ ਇੱਕ ਕਾਗਜ਼ ਨੂੰ ਗੁਰੂ ਗ੍ਰੰਥ ਸਾਹਿਬ ਦਾ ਮਾਣ ਮਿਲ ਕੇ ਦੁਨੀਆ ਪੁੱਜਦੀ ਹੈ, ਜਿਹੜੀ ਲੱਕੜ ਨੂੰ ਕੋਈ ਨਹੀਂ ਪੁੱਜਦਾ, ਜਦ ਪੀੜਾ ਬਣ ਜਾਂਦਾ ਹੈ ਉਹਨੂੰ ਪੁੱਜਦੇ ਨੇ। ਜਿਸ ਕੱਪੜੇ ਨੂੰ ਦੁਨੀਆ ਪਹਿਨਦੀ ਏ ਕੋਈ ਨਹੀਂ ਪੁੱਜਦਾ, ਪਰ ਜਦੋਂ ਚੰਦੋਏ ਦਾ ਰੂਪ, ਜਦੋਂ ਰੁਮਾਲੇ ਦਾ ਰੂਪ ਧਾਰ ਲੈਂਦਾ ਹੈ, ਸਾਰੇ ਪੂਜਦੇ ਨੇ। ਕਿਉਂ? ਕਿਉਂਕਿ ਉਹ ਗੁਰੂ ਦੇ ਨਾਲ ਲੱਗ ਗਿਆ। ਤੇ ਸਿੱਖਾ, ਜੇ ਤੂੰ ਗੁਰੂ ਦੇ ਨਾਲ ਲੱਗੇਗਾ ਤੇ ਤੈਨੂੰ ਬਖਸ਼ਿਸ਼ ਨਹੀਂ ਮਿਲੇਗੀ। ਇੱਕ ਜਿਹੜੀ ਚੀਜ਼ ਬੋਲਦੀ ਨਹੀਂ, ਲੱਕੜ ਬੋਲਦੀ ਨਹੀਂ ਹੈ, ਕਾਗਜ਼ ਬੋਲਦਾ ਨਹੀਂ ਹੈ, ਉਹਨੂੰ ਸਨਮਾਨ ਮਿਲ ਗਿਆ ਹੈ। ਤੈਨੂੰ ਤੇ ਪਰਮਾਤਮਾ ਨੇ ਇਤਨਾ ਵੱਡਾ ਗਿਆਨ ਦਾ ਭੰਡਾਰਾ ਤੈਨੂੰ ਦਿੱਤਾ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਰਦਾਸ ਕਰੋ ਦਾਸ ਦੀ ਕੂਕਰ ਦੀ, ਆਪਣੀ ਵੀ ਕਰੋ, ਕਿ ਸਤਿਗੁਰੂ ਸੰਗ ਤੁਹਾਡਾ ਮਿਲ ਜਾਏ। ਨਾਨਕ ਕੱਚੜਿਆਂ ਸੋ ਤੋੜ, ਢੂੰਡ ਸਜਣ ਸੰਗ ਪੱਕਿਆਂ, ਉਹ ਜਿਵੰਦੇ ਵਿਛੜੇ, ਉਹ ਮੋਇਆ ਨਾ ਜਾਈ ਛੋੜ। ਜਿਹੜੇ ਕੱਚੇ ਮਿੱਤਰ ਹੁੰਦੇ ਨਾ, ਉਹ ਜਿੰਦਿਆਂ ਜੀ ਛੱਡ ਜਾਂਦੇ ਨੇ, ਜਾਂ ਤੁਸੀਂ ਛੱਡ ਦੋਗੇ ਜਾਂ ਉਹ ਛੱਡਦੇ, ਉਹ ਮੋਇਆ ਨਾ ਜਾਈ ਛੋੜ। ਉਹ ਜਿਹੜੇ ਸੱਚੇ ਮਿੱਤਰ ਹੁੰਦੇ ਨਾ, ਉਹ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ, ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਤਾਂ ਹੀ ਕਹੀਦਾ ਨਾ, ਨਾਨਕ ਕੱਚੜਿਆਂ ਸਿਓ ਤੋੜ, ਜਿਹੜੇ ਕੱਚੇ ਨੇ, ਢੂੰਡ ਸਜਣ ਸੰਤ ਪੱਕਿਆਂ। ਮਹਾਰਾਜ ਪੱਕਿਆਂ ਦੇ ਨਾਲ ਮੇਰਾ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਅੱਜ ਮੇਰਾ ਚਿੱਤ ਕਰ ਰਿਹਾ ਸੀ ਕਿ ਮੈਂ ਧੰਨ ਧੰਨ ਬਾਬਾ ਨੰਦ ਲਾਲ ਜੀ, ਜੋ ਨੰਦ ਸਿੰਘ ਜੀ ਲਾਲ ਬਣੇ, ਅੰਮ੍ਰਿਤ ਪਾਨ ਕਰਕੇ ਬਹੁਤ ਵੱਡੇ ਵਿਦਵਾਨ ਸਨ। ਉਹਨਾਂ ਦਾ ਜ਼ਿਕਰ ਤੁਹਾਡੇ ਨਾਲ ਸਾਂਝ ਕਰਾਂ। ਗੁਰੂ ਮਿਹਰ ਕਰਨ, ਰਸਨਾ ਤੇ ਬੈਠਣ। ਉਹਨਾਂ ਦਾ ਜੀਵਨ ਕਾਲ ਕੁਝ ਪੰਛੀ ਝਾਤ ਮਾਰ ਕੇ ਅਸੀਂ ਇਸ ਪੰਕਤੀ ਨੂੰ ਹੋਰ ਦ੍ਰਿੜ ਕਰੀਏ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਮਨ ਬਿਰਤੀ ਇਕਾਗਰ ਕਰੀਏ ਪਿਆਰ ਨਾਲ, ਹਿਰਦੇ ਵਿੱਚੋਂ ਕਹੋ ਸਤਨਾਮ ਸ੍ਰੀ ਵਾਹਿਗੁਰੂ ਜੀਓ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਦਰਬਾਰ ਔਰੰਗਜ਼ੇਬ ਦਾ ਦਿੱਲੀ ਵਿੱਚ ਲੱਗਿਆ ਹੋਇਆ ਹੈ। ਅਹਿਲਕਾਰ ਸਾਰੇ ਵੱਡੇ ਵੱਡੇ ਕਾਜੀ ਵਿਦਵਾਨ ਆਉਂਦੇ ਸਨ। ਕੁਰਾਨ ਪੜ੍ਹਨ ਵਾਲਾ ਔਰੰਗਜ਼ੇਬ ਬਾਦਸ਼ਾਹ ਦਿੱਲੀ ਦੀ ਤਖਤ ਤੇ ਬੈਠਾ, ਮੁਗਲ ਬਾਦਸ਼ਾਹ, ਉਹਨੇ ਕੁਰਾਨ ਦੇ ਵਿੱਚੋਂ ਇੱਕ ਆਇਤ ਪੜ੍ਹੀ। ਉਹ ਕਹਿੰਦਾ ਜਿਹੜਾ ਵੀ ਇਸ ਆਇਤ ਨੂੰ ਮੈਨੂੰ ਸਪਸ਼ਟ
ਮੈਨੂੰ ਇਹਦੇ ਅਰਥ ਸਮਝਾ ਦੇਗਾ, ਮੈਂ ਉਹਨੂੰ ਉੱਚੀ ਪਦਵੀ ਦੇਵਾਂਗਾ। ਬੜੇ ਬੜੇ ਵਿਦਵਾਨ ਵਿੱਚ ਬੈਠੇ ਸਨ, ਸਭ ਕੋਲੋਂ ਸੁਣਿਆ, ਕਾਜ਼ੀਆਂ ਕੋਲੋਂ, ਵਿਦਵਾਨਾਂ ਕੋਲੋਂ, ਪਰ ਤਸੱਲੀ ਨਹੀਂ ਹੋਈ, ਅਰਥ ਦੀ ਤਸੱਲੀ ਨਹੀਂ ਹੋਈ। ਕਾਇਤ ਬੜੀ ਔਖੀ ਸੀ ਜਿਹੜੀ ਕੁਰਾਨ ਦੀ। ਜਦ ਹਾਰ ਕੇ ਪੁੱਛਿਆ ਹੋਰ ਕੋਈ ਹੈ, ਪੁੱਤਰ ਬੈਠਾ ਸੀ ਬਹਾਦਰ ਸ਼ਾਹ, ਕਹਿੰਦਾ ਅਬੂ ਜਾਨ ਜੇ ਤੁਸੀਂ ਕਿਰਪਾ ਕਰੋ ਤੇ ਮੈਂ ਇਸ ਦੇ ਅਰਥ ਕਰਾਂਗਾ, ਪਰ ਮੈਨੂੰ ਸਮਾਂ ਚਾਹੀਦਾ ਹੈ। ਉਹਨੇ ਕਿਹਾ, ਉਹਨੂੰ ਪਤਾ ਸੀ ਆਪਣੇ ਪੁੱਤਰ ਦਾ, ਬਹਾਦਰ ਸ਼ਾਹ ਇਤਨਾ ਕੋਈ ਵਿਦਵਾਨ ਤੇ ਹੈ ਨਹੀਂ ਸੀ, ਪਰ ਭਰੀ ਸਭਾ ਦੇ ਵਿੱਚ ਉਹਨੇ ਬੋਲਿਆ ਤੇ ਕਹਿੰਦਾ ਕੋਈ ਗੱਲ ਨਹੀਂ ਪੁੱਤਰ, ਜੇ ਤੂੰ ਕਹਿ ਰਹੇ ਹੈ ਤੇ 1 ਹਫ਼ਤੇ ਦਾ ਤੈਨੂੰ ਸਮਾਂ ਦੇਣਾ ਵਾ। ਬਹਾਦਰ ਸ਼ਾਹ ਘਰ ਗਿਆ। ਇਹ ਰੋਜ਼ਾਨਾ ਆਪਣੇ ਮਿੱਤਰ ਭਾਈ ਨੰਦ ਲਾਲ ਕੋਲੋਂ, ਵਿਦਵਾਨ ਸਨ ਜੋ ਅਰਬੀ, ਫਾਰਸੀ ਦੇ, ਉਰਦੂ ਦੇ, ਸੰਸਕ੍ਰਿਤੀ ਦੇ ਆਲਮ ਫਾਜ਼ਲ ਸਨ, ਉੱਚੀ ਅਵਸਥਾ ਦੇ ਮਾਲਕ ਸਨ, ਉਹਨਾਂ ਕੋਲੋਂ ਇਹ ਵਿਦਿਆ ਲੈਂਦਾ ਸੀ। ਜਦ ਉਹਨੇ ਕੁਰਾਨ ਦੀ ਇਹ ਆਇਤ ਸੁਣਾਈ ਨੰਦ ਲਾਲ ਜੀ ਦੇ ਸਾਹਮਣੇ, ਤੇ ਉਹਨਾਂ ਕੋਲ ਸਿੱਖਦੇ ਸਨ। ਕਹਿੰਦੇ ਨੇ ਨੰਦ ਲਾਲ ਜੀ ਨੇ ਉਸ ਆਇਤ ਦੇ ਇੰਨੇ ਸੋਹਣੇ ਅਰਥ ਕੀਤੇ। ਉਹ ਅਰਥ ਸੁਣ ਕੇ ਜਦ ਭਰੀ ਸਭਾ ਦੇ ਵਿੱਚ 1 ਹਫ਼ਤੇ ਬਾਅਦ ਔਰੰਗਜ਼ੇਬ ਕੋਲ ਗਿਆ ਬਹਾਦਰ ਸ਼ਾਹ, ਤੇ ਉਹਨੇ ਕਿਹਾ ਸੁਣਾ ਪੁੱਤਰ, ਤੂੰ ਉਸ ਆਇਤ ਦੇ ਅਰਥ ਸੁਣਾ। ਜਦ ਸੁਣਾਉਣ ਲੱਗਾ, ਇਤਨੇ ਬੇਖੂਬੀ ਸੁਣਾਏ ਕਿ ਬਾਦਸ਼ਾਹ ਔਰੰਗਜ਼ੇਬ ਖੁਸ਼ ਹੋ ਗਿਆ, ਪਰ ਉਹਨੂੰ ਕੁਝ ਡਾਊਟ ਹੋਇਆ ਕਿ ਇਹ ਅਰਥ ਵੱਡੇ ਵੱਡੇ ਵਿਦਵਾਨ ਨਹੀਂ ਕਰ ਸਕੇ, ਮੇਰਾ ਪੁੱਤਰ ਕਿਉਂਕਿ ਉਹਦਾ ਜੰਮਿਆ ਪੁੱਤਰ ਸੀ। ਸਭ ਨੂੰ ਆਪਣੇ ਬੱਚਿਆਂ ਦਾ ਪਤਾ ਹੁੰਦਾ ਹੈ ਕਿ ਕਿਤਨਾ ਗਹਿਰਾਈ ਵਿੱਚ ਹੈ, ਕਿਤਨਾ ਇਹਦਾ ਦਿਮਾਗ ਹੈ। ਤੇ ਉਹਨੇ ਪੁੱਛਿਆ ਪੁੱਤਰਾ ਸਹੀ ਦੱਸ, ਇਹ ਅਰਥ ਤੇਰੇ ਕਿੰਨੇ ਕੀਤੇ ਨੇ? ਕਹਿੰਦਾ ਅਬੂ ਜਾਨ, ਇਹ ਅਰਥ ਮੈਂ ਨਹੀਂ ਕੀਤੇ, ਮੈਂ ਜਿਹਦੇ ਕੋਲੋਂ ਵਿਦਿਆ ਲੈਣਾ ਉਹਦੇ ਕੋਲੋਂ ਕਰਵਾਏ ਨੇ। ਕੀ ਨਾਮ ਹੈ ਉਹਦਾ? ਕਹਿੰਦਾ ਨੰਦ ਲਾਲ। ਜਦ ਉਹਨੇ ਕਿਹਾ ਇਤਨਾ ਵਿਦਵਾਨ, ਜਿਨਨੇ ਇੰਨੀ ਡੂੰਘਾਈ ਦੇ ਅਰਥ ਇੰਨੇ ਸੌਖੇ ਤਰੀਕੇ ਨਾਲ ਕੀਤੇ ਨੇ, ਤੇ ਇਹਨੂੰ ਪੇਸ਼ ਕੀਤਾ ਜਾਵੇ, ਪਰ ਇੱਕ ਸ਼ਰਤ ਹੈ ਪੁੱਤਰ, ਜਾਂ ਤੇ ਉਹਨੂੰ ਕਹਿ ਦੀ ਇਸਲਾਮ ਕਬੂਲ ਕਰ ਲੈ ਤੇ ਜਾਂ ਮੌਤ ਸਵੀਕਾਰ ਕਰ ਲੈ। ਕਿਉਂਕਿ ਕੱਟੜ ਸਾਂ, ਉਹ ਨਹੀਂ ਚਾਹੁੰਦਾ ਸੀ ਕਿ ਮੇਰੇ ਇਸ ਸ਼ਾਸਨ ਕਾਲ ਦੇ ਅੰਦਰ ਕੋਈ ਵਿਦਵਾਨ ਹਿੰਦੂ ਹੋਵੇ। ਤੇ ਉਹਨੇ ਕੁਝ ਸਮਾਂ ਲਿਆ, ਘਰ ਗਿਆ। ਕਹਿੰਦਾ ਬਈ ਨੰਦ ਲਾਲ ਜੀ, ਪੁੱਛਿਆ ਨੰਦ ਲਾਲ ਨੇ ਕੀ ਹਾਲ ਹੈ? ਤੂੰ ਗਿਆ ਤੇ ਬੜਾ ਖੁਸ਼ੀ ਨਾਲ ਸੀ, ਚਿਹਰਾ ਤੇਰਾ ਉਤਰਿਆ ਹੋਇਆ, ਕੀ ਗੱਲ ਡਾਂਟ ਪਈ ਹੈ ਤੈਨੂੰ? ਕਹਿੰਦਾ ਨਹੀਂ। ਕਹਿੰਦਾ ਫਿਰ ਆਇਤ ਦਾ ਕੀ ਹੋਇਆ? ਕਹਿੰਦਾ ਉਹ ਤੇ ਬੜੀ, ਉਹਨੇ ਮੇਰੇ ਅੱਬੂ ਜਾਨ ਨੇ ਬੜੀ ਸਲਾਹਨਾ ਕੀਤੀ ਹੈ, ਪਰ ਇੱਕ ਦੁਵਿਧਾ ਆ ਗਈ ਹੈ। ਉਹ ਕਹਿੰਦੇ ਨੇ ਜਾਂ ਤੇ ਧਰਮ ਵਿੱਚ ਕਨਵਰਟ ਹੋਵੇ, ਇਸਲਾਮ ਵਿੱਚ, ਤੇ ਜਾਂ ਮੌਤ। ਤੇ ਨੰਦ ਲਾਲ ਜੀ ਡਰ ਗਏ। ਕਹਿੰਦੇ ਮੈਂ ਕਿੱਥੇ ਜਾਵਾਂਗਾ? ਤੇ ਕੋਈ ਵੀ ਆਪਣਾ ਧਰਮ ਨਹੀਂ ਛੱਡਣਾ ਚਾਹੁੰਦਾ। ਉਹ ਕਹਿੰਦਾ ਮੈਂ ਤੈਨੂੰ ਘੋੜਾ ਦਾਂਗਾ, ਹਵਾ ਤੋਂ ਵੀ ਤੇਜ਼ ਦੌੜਨ ਵਾਲਾ, ਤੂੰ ਇੱਥੋਂ ਨਿਕਲ ਜਾ। ਨੰਦ ਲਾਲ ਕਹਿੰਦਾ ਬਹਾਦਰ ਸ਼ਾਹ, ਕੋਈ ਜਗ੍ਹਾ ਐਸੀ ਨਹੀਂ ਹਿੰਦੁਸਤਾਨ ਦੇ ਵਿੱਚ ਜਿੱਥੇ ਤੇਰੇ ਅੱਬੂ ਜਾਨ ਦਾ ਰਾਜ ਨਾ ਹੋਵੇ, ਮੈਨੂੰ ਉੱਥੋਂ ਫੜ ਕੇ ਵੀ ਇਹਨਾਂ ਨੇ ਮਾਰ ਦੇਣਾ ਹੈ। ਫਿਰ ਉਸ ਵੇਲੇ ਬਹਾਦਰ ਸ਼ਾਹ ਨੇ ਇੱਕ ਗੱਲ ਕਹੀ, ਇੱਕ ਜਗ੍ਹਾ ਹੈ ਜਿੱਥੇ ਤੈਨੂੰ ਆਂਚ ਨਹੀਂ ਆ ਸਕਦੀ, ਅੱਧੀ ਰਾਤ ਹੋਈਏ, ਘੋੜਾ ਲੈ ਲਓ ਔਰ ਐਸੀ ਸਪੀਡ ਨਾਲ ਜਾਓ। ਉਹ ਜਗ੍ਹਾ ਹੈ ਸ੍ਰੀ ਅਨੰਦਪੁਰ ਸਾਹਿਬ। ਕਲਗੀਧਰ ਦੇ ਪਿਤਾ ਦੇ ਕਦਮਾਂ ਵਿੱਚ ਜਾ ਕੇ, ਚਰਨਾਂ ਵਿੱਚ ਜਾ ਕੇ ਸੀਸ ਨਿਵਾ ਦਿਓ। ਤੇਜ਼ ਦੌੜਾਇਆ ਘੋੜੇ ਨੂੰ, ਕਿਉਂਕਿ ਜਾਨ ਹਰ ਇੱਕ ਨੂੰ ਪਿਆਰੀ ਹੁੰਦੀ ਹੈ। ਤੇ ਪਹੁੰਚ ਗਿਆ ਅਨੰਦਪੁਰ ਸਾਹਿਬ। ਅੰਦਰ ਮਨ ਵਿੱਚ ਤੇ ਸੀ ਕਿ ਮੈਂ ਬੜਾ ਫਾਜ਼ਲ
बड़ा कामल विद्वान आ। गुरु साहब ने पूछया किवें आए, सारा हाल दस्या ते कहंदा मैं अरबी दा भी, फारसी दा भी, संस्कृत दा भी, उर्दू दा भी विद्वान आ। महाराज समझ गए ये मैनू नाल लैके आया है। हंकार है ना। कई बारी सानू भी दो शब्द अच्छे पढ़ने आ जाए, कथा करनी आ जाए, उसी भी समझने पता नहीं किन्ने वड्डे विद्वान बन गए हैं। ये कथा सारियां ये सब कुछ सानू दसदियां ने। किसी गल दा तू हंकार ना कर। मारे कहंदे ने जे को बहुत करे हंकार, खिन में रुलता खाकू नाल। खाकू हुंदी मिट्टी। कहंदे जेड़ा कोई हंकार करदा है ना, वो खिन भर विच मिट्टी विच रिल जांदा है। भाव कि हंकारिया सो मारिया। रब नूं सब चीज़ां साड़ियां चंगियां लगदियां ने, हंकार नहीं चंगा। हर जियो हंकार ना भावई, वेद कूक सुनावे। क्योंकि हंकार तो भाव रब नाल शरीकी करनी। रब कहंदा है हर क्योंकि देखो हर नावे नाल विरोध है, दोए न वसे एक ठाए। होमे नावे नाल विरोध है। होमे ते नाम दा विरोध है। दोए न वसे एक ठाए। जिस तरह म्यान विच दो तलवारां नहीं रह सकदियां, उसे तरह नाम ते होमे एक जगह ते नहीं रुक सकती। बाणी कह रही है होमे नावे नाल विरोध है, दोए न वसे एक ठाए। होमे विच सेवा ना होवई, ता मन बिरथा जाए। सानू इन्ना समा सेवा करते सिमरन करते हो गया, क्यों नहीं अंदर उतर रही बाणी? क्योंकि अंदर मैं में। जब तक मैं में, जब 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 लग मेरी मेरी करे, तब लग काज एक नहीं सरे। जब मेरी मेरी मिट जाए, तब प्रभ काज सुआरे आए। जदों तेरी मैं मुक गई, उदों प्रभु तेरे कारज आप सवारन आ रहेगा। अचिंत कम करे प्रभ तिनका, जिन हर का नाम प्यारा। गोपाल तेरा आरता, जो जन तुमरी भगत करन ते, तिनके का सवारता। गुरु गोबिंद सिंह महाराज ने भाई नंद लाल जी दी मैं देख लई। उन्होंने समझा मेरा बड़ा आदर करनगे, सन्मान करनगे। महाराज करते ने सब दा, पर मैं पहला कहा जे अंदर मैं लैके आवांगे तो फिर गुरु घर तो खाली जावांगे। भांडा खाली करके आओ। भांडा खाली होएगा तो भरिया जाएगा ना। जे पहले ही भांडा भरिया होएगा मैल दा, उहदे विच किवें अमृत पावांगे नाम रूपी? ते महाराज कहंदे ने फिर इस तरह करो नंद लाल जी, अमृत वेले जागिया करो ते सेवा करिया करो। महाराज दे बचन सुन के उन्हें ते समझा कि महाराज मनु बड़ी तखत ते बिठाणगे, मेरी आओ भगत करनगे। पर इत्थे ते कहंदे सवेरे उठो ते कहंदे ने मनु कह रहे ने भांडे मांजन वास्ते, सेवा करन वास्ते। कहंदे चलो हुण, वो कहंदे ने मरता क्या ना करता। सवेरे उठिया, जद गुरसिखां दे नाल उठिया, रोज उठदे सन। अमृत वेले सिमरन नितनेम हुंदा, मन बड़ा खुश। हुण सेवा दे विच जद गए, जद सेवा, क्योंकि वड्डा कई बारी बंदा ओहदे ते होए ना, अपने आप नूं सेवा नूं नीवां समझदा है। गुरु घर विच सेवा ते सिमरन दो पंख ने, एवें समझ लो। जिस तरह पक्षी दे दो पंख हुंदे ने ना, बिना पंखां तो पक्षी उड़ नहीं सकदा, दो पंख होणगे। गुरु घर दे विच भी उडारी मारन वास्ते रब दे घर दी तुहानूं सेवा ते सिमरन दो पर चाहिए ने। खाली सेवा होएगी ते परमात्मा की प्राप्ति नहीं हो सकती, मैं खिमा कर देना। ते खाली सिमरन होएगा तां भी नहीं होएगी, क्योंकि उसके अंदर निमरता नहीं होएगी। जिथे सेवा है उत्थे ज्ञान भी चाहिए, ते जिथे सिमरन है उत्थे निमरता भी चाहिए है। दोनों का एक तालमेल है। मेरी गल का तवज्जो देना। मैं खाली साखी सुना के अगे नहीं जाना चाहता। मेरे कहन तो मुराद है कि जे सेवा है खाली, भगती नहीं कर रहे, तो सानू ज्ञान नहीं होएगा गुरु का। कुंभे बद्दा जल रहे, जल बिन कुम ना होए, ज्ञान का बद्दा मन रहे
गुरबिन ज्ञान ना होए, खाली सेवा करेंगे हंकार हो जाएगा, तो खाली बाणी पढ़ांगे तो सेवा नहीं करांगे तो निमरता नहीं आएगी। तो सेवा ते सिमरन का एक गुरु घर दे विच दो पंख ने जो उडारी मार सकता है आत्मक तौर पर। रोह विचार, जद सेवा करन लगे भाई नंद लाल जी वेखे इत्थे ते मेरे तो वड्डे वड्डे विद्वान सेवा कर रहे हैं। देखो मैंने गल होर याद आई है विचों, मैं शायद 5-7 मिनट ज़्यादा भी लग जान, खिमा का जाचक होवांगा। कोई गल देखो कुदरती सामने आई है। यह पूरन सिंह जी पिंगलवाड़े वाले सारे जानते हो आप जी, ये हिंदू सन। ये 7-8 साल की उम्र सी ते गरीब बड़े सन। एक दिन इतनी भूख लगी रात को, बड़े द्वारे जाके घूमते रहे, मंदिर विचों कढ़ दिता, किसी ने लंगर नहीं छकाया। होर भी जगह ते गए, ये गए फतेहगढ़ साहब छोटे साहबजादियां दे गुरुद्वारे। उत्थे राती 11 बजे गए तो उन्होंने नाल बिठाया, उन्होंने लंगर दे विच भूख लगी सी। जब लंगर छक रहे सन ते नाल कोई बड़ा तनहाड़ बंदा बैठा सी, लैन लगी सी। लंगर छकदे छकदे जिन्हें दाला पाया, भाई पूरन सिंह जी पिंगल वाले ले पूछते ने कौन बैठा है मेरे नाल? कहते ने ये बैठे ने पटियाले दे महाराजा। ते उस वेले दंग रह गए कि गुरु घर दे विच इतने इतने वड्डे तनाड़ बंदे, कोई जात पात दी कोई अंदर वितकरा नहीं है। और इको लंगर का की है, लंगर का यही है कि जात पात के भेद नूं मिटाया है। सरोवर बनाने का महाराज का की मतलब सी? सरोवर का भाव इहो सी कि इत्थे हर तरह का बंदा आके इशनान करेगा, उहदे अंदरों जिथे शरीर के रोग मिटने ने उत्थे जात के भी रोग मिटणगे, शरीर के भी ते जात के भी। इत्थे भावें कोई भिखारी आवे ते कोई राजा आवे, सारे उत्थे इशनान करते हैं। लंगर तो भाव ही आई हुई है, कोई वितकरा नहीं है। तो वह चीज़ वेख के इतने मन नूं चोट लगी। भगत पूरन सिंह जी इस लाइन वाल लग गए, गुरसिक्खी धारण कर ली, अमृत पान कर लिया। कितने साल उन्होंने पिंगलवाड़े विच आप पिंगलियां दी घोड़ियां दी हत्थी सेवा करके, पता नहीं उन्होंने कितने अवार्ड गौरमेंट वालों मिले। अज भी वो संस्था उत्थे चल रही है, पिंगलवाड़े जाके तुसीं दर्शन कर सकते हो। तो विचार विच रहिए कि सिमरन और सेवा ये बड़े उच्ची पदवी तक लै जाते हैं। ते नंद लाल जी का ज्यों ज्यों सिमरन और इधरों सेवा करते रहे, मन जिहड़ी विद्वता दी सी अंदर, विद्वान वाला मैं सी, वो धोंदी गई। देखो जदों असी भांडे साफ करने आ ना, बाबा दीप सिंह जी भांडे साफ करके एक दिन अपना चेहरा देख रहे हैं, ये अंदर भी साडे जिहड़ी मैल है ना, झूठ वो भी उतरती रहती, वो बाहर आती रहती है। ज्यों ज्यों झाड़ू लाने का मतलब है ते मन के अंदर जिहड़े साडे विकार ने वो अपने आप सफाई, जिस तरह झाड़ू नाल सफाई हुंदी है ना, उस तरह तेरे मन की भी मैल उतरती रहती है। ते भाई नंद लाल जी वो इतना मन नीवा हो गया। गुरु महाराज दे उस वेले आनंदपुर साहब 13 लंगर चलते सन, एक दा हैड बना दिता भाई नंद लाल जी। अज समा आ गया, गुरु परचा भी पांदा जे, तुसी भी बाणी पढ़ते हो, तुहानूं भी बड़े परचे। ये कदी ना कहा करो मैं इन्ने साल तो बाणी पढ़ रहा, मैं गुरुद्वारे जा रहा सी, मेरा एक्सीडेंट हो गया, देखो चंगे पासे जा रहे हैं। इनू कदी परमात्मा के घर दे नाल ये चीज़ां नूं, दुख सुख नूं ना जोड़िया करो। मनु खिमा कर देना, पता नहीं तेरी जान बख्श दी है, तू गुरुद्वारे जा रहा सी, तां सोच चेंज होनी चाहिए है, पॉजिटिव। ते जद लंगर का हैड बनाया, एक लंगर का महाराज अज राती 12 बजे दस्तारा वड्डा सजा के और भेख बदल के कंबली लैके सब लंगर चैक कर रहे हैं कि लंगर की प्रमुखता जिन्हें जोड़े लंगर भी तैयार करते हैं उन्होंने वास्ते, सेवादारों वास्ते भी एक बचन जे जिदे कोल जान महाराज कहते लंगर चाहिए, कहना तुहानूं पता नहीं बाबे टाइम है कोई, हर औखा होके गुरु साहब नूं बोल रहे हैं। महाराज कहते ने सब फेल ने। जद महाराज नंद लाल जी कोल गए,
बड़े प्यार भी सेवा कर रहे सन। जिथे सेवा कर रहे सन उत्थे मैं दी बदबू भी बाहर निकल रही सी। महाराज ने कंबल मूँह ते लिया ते कहन लगे जी सानू लंगर दी भुख लगी है, तुसी लंगर दो। हथ जोड़ के खड़े हो गए, कहन लगे रुक जाओ, दाला तैयार है, जे 10 मिनट रुक सकते हो मैं 2 प्रशादे हुणे ला के तुहानू दे देना। ते बाबा जी कहते हैं जिस तरह का है कच्चा पक्या मैनू दे दे। ये भी कदी कोई लंगर सेवा कर रहा होवे ते ध्यान देना, बोलन वक्त भी किसी ने कहा सी ना किवें रिछार प्रसाद लैन आया, उन्हें जल्दी से उसका गड्ढा बाहर खड़ा सी ते उन्हें कहा किवें आया, उन्हें कहा जी मैनू जल्दी दे दो मैं जाना। कहते की रिछावां लगे आ रहे हैं, उन्होंने रिछ का जन्म मिलिया सी। सेवा करन वक्त निमरता होनी चाहिए। कोई भी आवे उहदे च कहते जो प्रसाद को बांटई मन में धरे लोभ, किसे थोड़ा किसे अगला तिस जन सदा सोग। प्रसाद वंडन वक्त भी एक रहतनामा है, जिहड़ा वंडन वक्त अपनिਆਂ ਨੂੰ ਜ਼ਿਆਦਾ ਜਾਂ ਕਿਸੇ ਨੂੰ थोड़ा ਕਿਸੇ ਨੂੰ अगला ਜ਼ਿਆਦਾ ਦਿੰਦਾ है, मन विच इस तरह की एक तांग रखता है कि इनू घट देना इनू ज्यादा देना है। महाराज कहते हैं उहदे घर सदा सोग रहेगा। तो महाराज खुश हो गए। अगले दिन दीवान सजिया। महाराज ने जद कहा कि अपने अपने लंगर के सारियां नू हैड नू बुलाया तो उस वेले सब दे बचन किया। तो महाराज कहते हैं वो होर कोई नहीं, मैं ही आया सी चेक कर। मैं कंपेयर नहीं कर रहा, मैं दिल्ली विच रहीदा, कई बारी मैनू बड़ी अच्छी गल लगती है। मैं क्या कई चीज़ां गुरु साहब तो भी इन्होंने लईयां ने। चीफ मिनिस्टर दिल्ली दे, मैं कोई पार्टी नाल संबंधित नहीं है, इस गल तो ना लैना। कई बारी केजरीवाल केस पेश बदल के अपने स्कूल और कॉलेज चैक करता है, हॉस्पिटल चैक करता है, अच्छी गल है। मैं क्या गुरु साहब ने भी देखो सानू कई चीज़ां इन्होंने भी सेध लई है, चलो रो विचार। उस वेले गुरु साहब ने फिर भाई नंद लाल जी नू हर का भगत प्रगट नहीं छपै। महाराज ने कहा भाई नंद लाल जी तुसी पास हो गए हो। अज जेड़े इम्तिहान विच तुसी सी ना, अज भांडे विच फर्क आ गया है। पहले दिन आए सी उदों धौन भी उच्ची सी। जो जो सेवा सिमरन बंदा करता है ना, उहदी बॉडी दा भी जिहड़ा स्टाइल है वह भी चेंज हो जाता है। कई बड़े निमरता नाल गुरुद्वारे आते हैं, कई बड़े हंकारी रूप विच आते हैं। गुरु साहब ने इतने प्रसन्न हुए, पता सारी संगत विच की कहते हैं, नंद लाल जी तुहाडे तो अज बड़े खुश होए हैं, मंग लो तुसी जो मंगना है। हुण अखां विचों नीर वह रहे, हंकार निकल चुका है, मन बिल्कुल नीवा हो गया है। रोज अरदास करी दी है ना, सिखां दा मन नीवा मत उच्ची। पर साडी की हो रहा है, मन उच्चा हो जा रहा है, मत नीवी हो जा रही है। फर्क बस इन्ना ही है। मन हरकत कर रहा है पर उतां नूं जा रहा है, जेड़ा मन नूं नीवा करना सी। जो आपस को जो जाने नीचा, 100 गणिए सब ते ऊंचा। मंग देखो जदों गुरु कहे ना मंगे, असी रोज मंगने, आखे मंगे दे दे दात करे दातार, असी मंगने ना दे दे बई दे रब दे। कदी वो वेला आवे रब कवे तैनू की चाहिदा है, उस वेले फिर महाराज दे अगे हथ जुड़ गए। कहन लगे जे त्रुठे हो ना, देखो की मंगया, मेरे वर्गा होवे लालची, महाराज 1-2 कोठियां बना दो, सोहणियां कारां दे दो, घर बार चंगा कर दो, माली हालत ठीक कर दो। भाई नंद लाल जी एक रूहानीयत के रूप में आके कहते हैं महाराज त्रुठे हो ना ते दीदार बख्श दो। महाराज कहते वो तो तू कर ही रहे, कहते महाराज नहीं ये तो मैं हुण कर रहा ना, मैनू हर एक चों तुहाडे दीदार हो। कितनी वड्डी गल है। भाई कन्हैया जी नूं होए सी ना दुश्मनां विचों भी, सानू मैनू खेमा कर देना, भरा चों नज़र नहीं आता,
ਨੂੰਹ ਨੂੰ ਸੱਸ 'ਚੋਂ ਨਹੀਂ ਆਉਂਦਾ, ਸੱਸ ਨੂੰ ਨੂੰਹ 'ਚ ਨਹੀਂ ਆਉਂਦਾ, ਦਰਾਣੀ ਜਠਾਣੀ 'ਚ ਨਹੀਂ ਆਉਂਦਾ। ਜਿਸ ਦਿਨ ਸਿੱਖਾ ਤੇਰੇ ਹਰ ਇੱਕ 'ਚੋਂ ਤੈਨੂੰ ਰੱਬ ਨਜ਼ਰ ਆਉਣਾ। ਮੈਂ ਅਕਸਰ ਕਹਿਣਾ, ਸਾਰੇ ਰੱਬ ਦੇ ਜੀ ਨੇ, ਕਿਸੇ ਨੂੰ ਬੁਰਾ ਨਾ ਕਿਹਾ ਕਰੋ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਤੁਸੀਂ ਰੱਬ ਨੂੰ ਬੁਰਾ ਕਹਿ ਰਹੇ ਹੋ। ਕਹਿੰਦੇ ਦੀਦਾਰ ਬਖਸ਼ੋ ਮਹਾਰਾਜ, ਕਹਿੰਦੇ ਜਾ ਇਹ ਵੀ ਬਖਸ਼ਿਸ਼ ਹੋ ਗਈ, ਹੋਰ ਮੰਗ ਲੈ। ਦੇਖੋ ਮੈਂ ਸੋਚਣਾ ਗੁਰੂ ਸਾਹਿਬ ਕਿੰਨੇ ਪ੍ਰਸੰਨ ਹੋ ਰਹੇ ਨੇ, ਸੰਗਤ ਦੇਖ ਰਹੀ ਹੈ। ਮਹਾਰਾਜ ਜੇ ਤਰੁੱਠੇ ਹੋ ਨਾ, ਬੰਦਗੀ ਬਖਸ਼ ਦੋ। ਇਹ ਮੰਗ ਕੀ ਰਹੇ ਨੇ? ਦੀਦਾਰ ਬਖਸ਼ ਦੋ। ਹੁਣ ਕਹਿ ਰਹੇ ਨੇ ਬੰਦਗੀ ਬਖਸ਼ ਦੋ। ਗੁਰਬਾਣੀ ਵੀ ਪੜ੍ਹ ਰਹੇ ਆ ਨਾ ਰੋਜ਼, ਕੀ ਕਹਿੰਦੇ? ਕਰ ਬੰਦੇ ਤੂੰ ਬੰਦਗੀ, ਜਿੱਚਰ ਘਟ ਮੇ ਸਾਹ। ਇਹੀ ਮੰਗਨੇ ਆ ਨਾ ਬਈ ਜਦੋਂ ਤੱਕ ਸਾਹ ਹੈਗੇ ਨੇ ਅੰਦਰ, ਬੰਦਗੀ ਬਖਸ਼। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਰੋਜ਼ ਆਈਓ ਮੰਗੀ ਦਾ ਨਾ। ਮਹਾਰਾਜ ਕਹਿੰਦੇ ਜਾ ਤੇਰੀ ਝੋਲੀ ਵਿੱਚ ਬੰਦਗੀ ਵੀ ਪੈ ਗਈ। ਹੁਣ ਮਹਾਰਾਜ ਤਰੁੱਠੇ, ਕਹਿੰਦੇ ਫੇਰ ਮੰਗ ਲੈ ਹੋਰ। ਕਹਿੰਦਾ ਮਹਾਰਾਜ ਮੈਂ ਇੰਨੇ ਜੋਗਾ ਨਹੀਂ, ਮੰਗ ਲੈ। ਮਹਾਰਾਜ ਕਹਿੰਦੇ ਨੇ ਮੰਗ ਲੈ। ਕਹਿੰਦੇ ਜਿੱਥੇ ਦੀਦਾਰ ਮਿਲੇ ਨੇ, ਬੰਦਗੀ ਮਿਲੀ ਹੈ, ਟੁੱਟੇ ਹੋ ਤਾਂ ਮਿਲਾਪ ਵੀ ਕਰਾ ਦਿਓ। ਮਹਾਰਾਜ ਕਹਿੰਦੇ ਨੇ ਜਾ ਤੈਨੂੰ ਇਹ ਵੀ ਬਖਸ਼ਿਸ਼ ਹੋ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਤਾ ਕੀ ਕਹਿੰਦੇ ਨੇ? ਕਹਿੰਦੇ ਸਾਰਾ ਕੁਛ ਹੀ ਮੰਗੀ ਜਾ ਰਹੇ ਹੈ। ਕਹਿੰਦਾ ਮਹਾਰਾਜ ਫਿਰ ਇਸ ਤਰ੍ਹਾਂ ਕਰੋ, ਵਾਪਸ ਲੈ ਲਓ। ਇਹ ਵਿਚਾਰ ਹੋ ਰਹੀਆਂ ਨੇ ਆਪਸ ਵਿੱਚ, ਸੰਗਤ ਦੇਖ ਰਹੀ ਹੈ। ਕਹਿੰਦਾ ਕੀ ਦੇਗਾ, ਕੀ ਵਾਪਸ ਦੇਗਾ? ਕਹਿੰਦੇ ਮੇਰੀ ਮੈਂ ਲੈ ਲਓ, ਮੇਰੇ ਵਿਕਾਰ ਲੈ ਲਓ, ਮੇਰੀ ਮਾੜੀ ਸੋਚ ਤੁਸੀਂ ਲੈ ਲਓ। ਕਦੀ ਗੁਰੂ ਨੇ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਨਹੀਂ ਕੀਤੀਆਂ, ਮੈਂ ਸਮਝਣਾ। ਮਹਾਰਾਜ ਕਹਿੰਦੇ ਨੇ ਆ ਸਿੱਖਾ ਤੂੰ ਮੇਰੇ ਕੋਲ ਕਦੀ ਇਹ ਮੰਗ ਕੇ ਆ, ਤੈਨੂੰ ਮੈਂ ਪਤਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਮੈਂ ਤੂੰ ਦੁੱਖਾਂ ਦੀ ਪੰਡ ਰੱਖ ਜਾ ਤੇ ਸੁੱਖ ਘਰ ਲੈ ਜਾ। ਉਹ ਕਹਿੰਦਾ ਜੀ ਦੀਦਾਰ ਦੇ ਦਿੱਤੇ, ਤੈਨੂੰ ਬੰਦਗੀ ਦੇ ਦਿੱਤੀ, ਮਿਲਾਪ ਦੇ ਦਿੱਤਾ, ਤੇ ਹੁਣ ਤੂੰ ਮੰਗ ਰਿਹਾ ਕਿ ਇਹ ਚੀਜ਼ਾਂ ਵਾਪਸ, ਤੇ ਜਾ ਤੇਰੀ ਇਹ ਵੀ ਚੀਜ਼ਾਂ ਮੈਂ ਲੈ ਲਈਆਂ। ਗੁਰੂ ਨੇ ਬਖਸ਼ਿਸ਼ ਕੀਤੀ ਤੇ ਗਲਵਕੜੀ 'ਚ ਲੈ ਕੇ ਮਹਾਰਾਜ ਦੇ ਅੱਖਾਂ ਵਿੱਚੋਂ ਨੀਰ ਆ ਰਿਹਾ। ਬੜਾ ਖੁਸ਼। ਮਹਾਰਾਜ ਪਤਾ ਕੀ ਕਹਿੰਦੇ ਨੇ? ਹੋਰ ਮੰਗ ਲੈ। ਕੋਈ ਕਹਿੰਦਾ ਇਸ ਤਰ੍ਹਾਂ? ਮਹਾਰਾਜ ਕਹਿੰਦਾ ਮੈਂ ਮੰਗਾ। ਹੁਣ ਪਤਾ ਉਹਨੇ ਕਿਹੜੀ ਚੀਜ਼ ਮੰਗੀ ਹੈ ਅਖੀਰ ਵਿੱਚ? ਕਹਿੰਦਾ ਮਹਾਰਾਜ ਮੇਰੇ ਸਰੀਰ ਦੇ ਨਾ ਟੋਟੇ ਟੋਟੇ ਕਰ ਦੋ। ਜਦ ਟੋਟੇ ਟੋਟੇ ਹੋ ਜਾਣਗੇ ਨਾ, ਇਹਨੂੰ ਅਗਨੀ ਦੇ ਵਿੱਚ ਪਾ ਦੋ, ਤੇ ਜਦੋਂ ਅਗਨੀ ਸਾੜ ਜਾਏਗੀ, ਸੜ ਕੇ ਜਿਹੜੀ ਰਾਖ ਹੋਏਗੀ ਨਾ, ਉਹਨੂੰ ਪੀਸ ਕੇ ਚੱਕੀ ਦੇ ਵਿੱਚ, ਚੱਕੀ ਵਿੱਚ ਪੀਸ ਕੇ ਤੇ ਰਾਖ ਬਣੇਗੀ ਨਾ। ਤੇ ਇੱਕ ਬੇਨਤੀ ਹੈ, ਜਦ ਹਵਾ ਨੂੰ ਕਹਿਣਾ ਅੰਮ੍ਰਿਤ ਵੇਲੇ, ਹਵਾ ਦਾ ਰੁਖ ਉਸ ਵਾਲੇ ਬੰਨੇ ਕਰਨਾ ਜਿੱਧਰ ਤੁਹਾਡੇ ਨਾਮ ਜਪਣ ਵਾਲੇ ਗੁਰਮੁਖ ਅੰਮ੍ਰਿਤ ਵੇਲੇ ਤੁਹਾਡੇ ਦਰਸ਼ਨਾਂ ਨੂੰ ਜਾ ਰਹੇ ਹਨ। ਉਹ ਰਾਖ ਉੱਡ ਕੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਜਾਏ, ਤੇ ਮੈਂ ਸਮਝਾਂਗਾ ਕਿ ਮੇਰੀ ਰਾਖ ਕਿਸੇ ਪਰਾਏ ਬੂਏ ਤੇ ਨਾ ਜਾਏ। ਦੇਖੋ ਇੰਨੀ ਵੱਡੀ ਦਾਤ ਇਹ ਕਿੱਥੋਂ ਮਿਲੀ ਏ? ਕਹਿੰਦੇ ਜਤ ਕਤ ਸਿੱਖ ਪਗ ਧਰੇ, ਗੁਰ ਪੰਥ ਪ੍ਰਾਤ ਤਾਹੂ ਤਾਹੂ ਮਾਰਗ ਮੈਂ ਭਸਮ ਕੇ ਡਾਰੀਏ। ਜਿੱਥੇ ਜਿੱਥੇ ਨਾਮ ਜਪਣ ਵਾਲੇ ਅੰਮ੍ਰਿਤ ਵੇਲੇ ਜਾਗਦੇ ਨੇ ਨਾ, ਦੇਖੋ ਕਿੰਨੀ ਵਡਿਆਈ ਅੰਮ੍ਰਿਤ ਵਾਲੇ ਵੇਲਿਆਂ ਨੂੰ, ਕਿਉਂਕਿ ਉਹਨੇ ਅੰਮ੍ਰਿਤ ਵੇਲਾ ਜਾਗ ਕੇ ਨਿਤਨੇਮ ਕੀਤਾ, ਸੰਭਾਲਿਆ। ਕਹਿੰਦੇ ਨੇ ਉਸ ਜਗ੍ਹਾ ਤੇ ਗੁਰਸਿੱਖ ਪਿਆਰੇ ਜਦੋਂ ਜਾ ਰਹੇ ਹੋਣ, ਉਹਨਾਂ ਦੇ ਰਸਤੇ ਵਿੱਚ ਜਿਹੜੀ ਮੇਰੀ ਰਾਖ ਹੈ, ਉਹਦੀ ਹਵਾ ਦਾ ਝੋਖਾ ਇਸ ਹਿਸਾਬ ਨਾਲ ਕਰਨਾ ਕਿ ਜਦ ਤੇ ਪਦ ਪਾਦਕ ਚਰਨ ਲਿਵ ਲਾਗੀ ਰੇ, ਦਇਆ ਕੇ ਦਿਆਲ ਮੋਹੇ ਪਤਤ ਉਦਾਰੀ ਹੈ। ਮੇਰੀ ਉਹ ਰਾਖ ਉਹਨਾਂ ਗੁਰਮੁਖਾਂ ਦੇ ਪੈਰਾਂ ਤੇ ਚਰਨਾਂ ਤੇ ਪਾ ਦੇਣਾ, ਤਾਂ ਕਿ ਉਹਨਾਂ ਦੇ ਚਰਨਾਂ ਤੋਂ ਜਦ ਮੈਂ
ਧੂੜੀ ਮਿਲੇਗੀ ਮੈਨੂੰ, ਮੈਂ ਉਹਨਾਂ ਦੇ ਚਰਨਾਂ ਤੇ ਆਵਾਂਗਾ, ਮੈਂ ਸਮਝਾਂਗਾ ਮੇਰਾ ਜੀਵਨ ਤੇ ਆਇਆ ਸਫਲਾ ਹੋ ਗਿਆ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਹੇ। ਫਿਰ ਮਹਾਰਾਜ ਨੇ ਇਤਨੇ ਪ੍ਰਸੰਨ ਹੋਏ, ਮਹਾਰਾਜ ਉਸ ਵੇਲੇ ਇਹਨੇ ਇੱਕ ਕਿਤਾਬ ਬੰਦਗੀਨਾਮਾ ਲਿਖ ਕੇ ਜਿਹੜੀ ਲਿਖੀ ਸੀ ਮਹਾਰਾਜ ਦੇ ਪ੍ਰਤੀ, ਮਹਾਰਾਜ ਨੂੰ ਭੇਟਾ ਕੀਤੀ। ਮਹਾਰਾਜ ਨੇ ਵੇਖੀ, ਉਸ ਬੰਦਗੀਨਾਮਾ ਵਿੱਚ ਪੜ੍ਹਿਆ, ਕਿਆ ਮਹਾਰਾਜ ਨੇ ਕਿਹਾ ਤੂੰ ਇਤਨਾ ਕੁਛ ਨੰਦ ਲਾਲ ਇਹਦੇ ਵਿੱਚ ਲਿਖਿਆ ਹੈ। ਉਹਨਾਂ ਨੇ ਨਾਮ ਹੀ ਚੇਂਜ ਕਰਕੇ ਮਹਾਰਾਜ ਨੇ ਜ਼ਿੰਦਗੀਨਾਮਾ ਲਿਖ ਦਿੱਤਾ, ਆਪ ਸਿਗਨੇਚਰ ਕਰ ਦਿੱਤੇ ਕਿ ਜਿਹੜਾ ਵੀ ਸਿੱਖ ਪੜ੍ਹੇਗਾ ਉਹਦੀ ਜ਼ਿੰਦਗੀ ਦਾ ਕਹਿੰਦੇ ਨਾ ਸਟਾਈਲ ਹੀ, ਜੀਣ ਦਾ ਸਟਾਈਲ ਹੀ ਚੇਂਜ ਹੋ ਜਾਏਗਾ, ਉਹਨੂੰ ਵਿਕਾਰਾਂ ਤੋਂ ਮੁਕਤੀ ਮਿਲ ਜਾਏਗੀ। ਜਾ ਨੰਦ ਲਾਲ ਜੀ, ਅੱਜ ਤੋਂ ਬਾਅਦ ਮੈਂ ਬਚਨ ਕਰਨਾ ਵਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਹੈ, ਭਾਈ ਗੁਰਦਾਸ ਜੀ ਦੀ ਵਾਰਾਂ, ਕਵੀ ਤਸਵਈਏ ਪੜ੍ਹੇ ਜਾਂਦੇ ਨੇ, ਉੱਥੇ ਨੰਦ ਲਾਲ ਜੀ ਤੁਹਾਡੀ ਬਾਣੀ ਵੀ ਪ੍ਰਮਾਣਿਤ ਕੀਤੀ ਜਾਂਦੀ ਹੈ। ਦੇਖੋ ਮਹਾਰਾਜ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਨੂੰ ਪਾਤਸ਼ਾਹੀਆਂ ਮਹਾਰਾਜ ਦੇ ਦਿੰਦੇ ਨੇ। ਅੱਜ ਹਰਿਮੰਦਰ ਸਾਹਿਬ ਦੇ ਅੰਦਰ ਕੋਈ ਕੱਚੀ ਬਾਣੀ ਨਹੀਂ ਹੁੰਦੀ ਜੇ, ਕੋਈ ਨਹੀਂ। ਜੇ ਬਾਣੀਆਂ ਦਾ ਜਿਹੜੇ ਗਾਇਨ ਹੁੰਦਾ ਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਭਾਈ ਗੁਰਦਾਸ ਜੀ ਦੀ ਵਾਰ ਤੇ ਨੰਦ ਲਾਲ ਜੀ ਦੇ ਬਾਣੀ, ਇਹ ਸਾਰੀ ਪੜ੍ਹੀ ਜਾਂਦੀ ਜੇ। ਤੇ ਮਹਾਰਾਜ ਨੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ, ਸਾਰੇ ਸਿੱਖ ਆ ਗਏ। ਭਾਈ ਨੰਦ ਲਾਲ ਜੀ ਨੂੰ ਮਹਾਰਾਜ, ਨੰਦ ਲਾਲ ਜੀ ਤੁਸੀਂ ਤੇ ਗੁਰੂ ਦੀਆਂ ਸਾਰੀਆਂ ਖੁਸ਼ੀਆਂ ਲੈ ਲਈਆਂ ਨੇ, ਅਸੀਂ ਇਤਨਾ ਚਿਰ ਹੋ ਗਿਆ ਖੁਸ਼ੀ ਨਹੀਂ ਪ੍ਰਾਪਤ ਕੀਤੀ, ਤੁਹਾਡੇ ਕੋਲ ਕੀ ਸੀ, ਕਿਹਦੇ ਕਾਰਨ ਤੁਸੀਂ ਸੀ? ਸਾਡੇ ਵਰਗਾ ਹੋਏ ਜੀ, ਮੈਂ ਤਾਂ ਬੰਦਗੀ ਕੀਤੀ ਸੀ, ਮੈਂ ਇੰਨੀ ਸੇਵਾ ਕੀਤੀ। ਕਿਉਂਕਿ ਗੁਰੂ ਨੇ ਨਾ ਪਤਾ ਕੀ ਕਿਹਾ, ਖਾਲਸੇ ਨਾਲ ਇੰਨਾ ਪਿਆਰ ਕੀਤਾ ਹੈ, ਉਹਨਾਂ ਨੇ ਕਿਹਾ ਖਾਲਸਾ ਖੁਦ ਖਸਮ, ਉਹ ਖੁਦ ਹੀ ਮਾਲਕ ਬਣ ਗਿਆ ਹੈ। ਤੇ ਉਸ ਵੇਲੇ ਫਿਰ ਸਿੱਖਾਂ ਨੇ ਜਦ ਕਿਹਾ, ਕਹਿੰਦੇ ਨੇ ਮੈਂ ਕੁਛ ਨਹੀਂ ਆ, ਮੈਂ ਤੇ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਵਾਂ, ਕੁੱਤਾ। ਦੇਖੋ ਮਹਾਰਾਜ ਜਦੋਂ ਰੋਟੀ ਪਾਉਂਦੇ ਸਨ ਨਾ, ਜਦੋਂ ਲੰਗਰ ਛਕਦੇ ਸਨ, ਇੱਕ ਬੁਰਕੀ ਕੁੱਤਾ ਆਉਂਦਾ ਸੀ ਨਾ, ਤੇ ਉਹਨੂੰ ਪਾਉਂਦੇ ਸਨ ਬੁਰਕੀ ਜ਼ਰੂਰ। ਇੱਕ ਦਿਨ ਕੁੱਤੇ ਦੀ ਜਗ੍ਹਾ ਦੇਖਿਆ ਮਹਾਰਾਜ ਨੰਦ ਲਾਲ ਜੀ ਬੈਠੇ ਨੇ ਉਸੇ ਪੋਜੀਸ਼ਨ ਵਿੱਚ ਜਿਸ ਤਰ੍ਹਾਂ ਕੁੱਤਾ ਬੈਠਦਾ ਹੈ। ਤੇ ਨੰਦ ਲਾਲ ਜੀ ਇਹ ਕੀ ਹੈ? ਕਹਿੰਦੇ ਨੇ ਮੈਂ ਸੋਚਣਾ ਮੇਰੇ ਤੋਂ ਤੇ ਚੰਗੇ ਕੁੱਤੇ ਨੇ, ਤੁਹਾਡੇ ਕਰ ਕਮਲਾਂ ਤੋਂ ਲੰਗਰ ਛਕਦੇ ਨੇ। ਇਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੁੱਤਾ ਵਾਂ। ਫਿਰ ਇੱਕਦਮ ਆਇਆ, ਕਹਿੰਦੇ ਨਹੀਂ ਮੇਰੇ ਕੋਲ ਭੁੱਲ ਹੋ ਗਈ ਹੈ, ਮੈਂ ਤੇ ਕੁੱਤਿਆਂ ਦਾ ਵੀ ਕੁੱਤਾ ਵਾਂ। ਮੇਰੇ ਜਿਹੜਾ ਪਟਾ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਹੈ, ਮੈਂ ਉਸ ਦਰ ਦਾ ਕੁੱਤਾ ਵਾਂ। ਉਹ ਕਹਿੰਦੇ ਨਾ ਕਬੀਰ ਸਾਹਿਬ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਮ। ਪਹਿਲਾਂ ਮੋਤੀ ਨਾਮ ਬੜਾ ਮਸ਼ਹੂਰ ਹੁੰਦਾ ਸੀ, ਕੁੱਤੇ ਦਾ ਨਾਮ ਜ਼ਿਆਦਾਤਰ ਮੋਤੀ ਰੱਖਦੇ ਸਨ, ਅੱਜ ਕੱਲ੍ਹ ਤੇ ਹੈਰੀ ਠਹਿਰੀ ਬੜੇ ਨਾਮ ਨੇ। ਉਹ ਇੱਕ ਸਿੰਬੋਲਿਕ ਹੈ ਨਾਮ ਦਾ। ਕਬੀਰ कुकर राम को मुतिया मेरो नाव, गले हमारी जेवरी जै खींचे तै जाओ। ਹੁਣ ਜਿਹੜੀ ਜੇਵਰੀ ਹੈ ਨਾ ਗਲੇ ਦੇ ਵਿੱਚ, ਜਿਹੜੀ ਜੰਜੀਰ ਹੈ, ਉਹਦੀ ਜਿਹੜਾ ਮਾਲਕ ਹੈ ਨਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਮੈਂ ਕੁੱਤਿਆਂ ਦਾ ਵੀ ਕੁੱਤਾ ਵਾਂ। ਕੁੱਤਾ ਵੀ ਨਹੀਂ ਕਿਹਾ, ਦੇਖੋ ਅਸੀਂ ਤੇ ਦਾਸ ਕਹਿ ਦਿੰਦੇ ਆ ਨਾ। ਸਾਡਾ ਕੋਈ ਸੇਵਾ ਕੀਤੀ ਹੋਏ, ਨਾਮ ਜਕਾਰਾ ਨਾ ਭੁੱਲੇ ਜਾਂ ਅਰਦਾਸ ਵਿੱਚ ਕਹਿਣਾ ਭੁੱਲ ਜਾਈਏ ਨਾ, ਸਾਡੇ ਅੰਦਰ ਉਹ ਅੰਦਰ ਹੋਲ ਪੈਂਦੇ ਨੇ ਕਿ ਭਾਈ ਸਾਹਿਬ ਨੇ ਮੇਰਾ ਨਾਮ ਹੀ ਨਹੀਂ ਲਿਆ। ਮੈਂ ਇੰਨਾ ਸੋਹਣਾ ਸ਼ਬਦ ਪੜ੍ਹਿਆ, ਇੰਨੀ ਸੋਹਣੀ ਕਥਾ ਕੀਤੀ, ਮੈਨੂੰ ਕਿਸੇ ਨੇ ਨਾਮ ਹੀ ਨਹੀਂ ਲਿਆ, ਮੇਰੇ ਨਾਮ ਦਾ ਜਕਾਰਾ ਨਹੀਂ ਛੁੱਟਿਆ। ਉਹ ਭਾਈ ਨੰਦ ਲਾਲ ਜੀ ਕਹਿੰਦੇ ਨੇ ਮੈਂ ਕੁੱਤਿਆਂ ਦਾ ਵੀ ਕੁੱਤਾ ਵਾਂ। ਜਿਸ ਦੇ ਗਲ ਵਿੱਚ ਪਟਾ ਪੈ ਜਾਏ ਨਾ, ਮੈਂ ਤਾਂ ਹੀ ਕਹਿੰਦਾ ਵਾਂ ਇਹ ਪੰਜ ਕਕਾਰ, ਇਹ ਪਟਾ ਜ਼ਰੂਰ ਸਾਰੇ ਪਾਓ। ਕਿਉਂਕਿ ਮੈਂ ਅਕਸਰ ਬੇਨਤੀ ਕਰਨਾ, ਜਦੋਂ ਕੁੱਤੇ ਫੜਨ ਵਾਲੇ ਆਉਂਦੇ ਨੇ ਨਾ, ਜਿਹਦੇ ਕੁੱਤੇ ਦੇ ਗਲ ਵਿੱਚ ਪਟਾ ਹੁੰਦਾ ਨਾ, ਉਹਨੂੰ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਨਹੀਂ ਫੜਦੇ। ਪਤਾ ਕਿਉਂ? ਕਿਉਂਕਿ ਉਹਦੇ ਜਿਹਦੇ ਪਟਾ ਪਿਆ ਹੋਵੇ, ਕਿਉਂ ਨਹੀਂ ਫੜਦੇ ਪਤਾ? ਉਹਨੂੰ ਪਤਾ ਹੈ ਇਹਦਾ ਕੋਈ ਮਾਲਕ ਹੈ। ਤੇ ਜਿਹੜੇ ਅਵਾਰਾ ਕੁੱਤੇ ਹੁੰਦੇ ਨੇ ਨਾ, ਉਹਨੂੰ ਫੜ ਕੇ ਲੈ ਜਾਂਦੇ ਨੇ। ਕਿਉਂ? ਕਿਉਂਕਿ ਉਹਦਾ ਕੋਈ ਮਾਲਕ ਨਹੀਂ, ਅੱਗਾ ਪਿੱਛਾ ਨਹੀਂ ਹੈ। ਜੇ ਸਾਡੇ ਗਲ ਵਿੱਚ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਪਟਾ ਪਿਆ ਹੋਏਗਾ ਨਾ, ਪੰਜ ਕਕਾਰੀ ਅਸੀਂ ਹੋਵਾਂਗੇ, ਤੇ ਕਿਸੇ ਜਮਦੂਤ ਦੀ ਹਿੰਮਤ ਨਹੀਂ ਹੈ ਕਿ ਤੁਹਾਨੂੰ
ਜਮਾਂ ਵੱਲ ਲੈ ਕੇ ਜਾਵੇ। ਤਾਂ ਗੁਰੂ ਸਾਹਿਬ ਅੱਜ ਇਹ ਬਖਸ਼ਿਸ਼ ਕਰ ਰਹੇ ਨੇ ਨੰਦ ਲਾਲ ਜੀ ਤੇ ਕਿ ਤੁਸੀਂ ਇੱਕ ਮਹਾਨ ਹੋ। ਤੁਹਾਡੀ ਬਾਣੀ ਹਰ ਸਿੱਖ ਗਾਏਗਾ। ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਸ ਦੀ ਮਨਜ਼ੂਰ। ਗੁਰੂ ਗੋਬਿੰਦ ਸਿੰਘ ਕਿਤਨੀ ਮਹਾਰਾਜ ਦੀਆਂ ਬਖਸ਼ਿਸ਼ਾਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਵਰਗਾ ਕੋਈ ਗੁਰੂ ਹੋ ਹੀ ਨਹੀਂ ਸਕਦਾ। ਦੁਨੀਆ ਦੇ ਗੁਰੂ ਤੇ ਫਿਰ ਵੀ ਚਲੇ ਜਾਣਗੇ, ਤੁਹਾਡੀ ਰਹਿੰਦੀ ਦੁਨੀਆ ਤੱਕ ਤੁਸੀਂ ਗੁਰੂ ਹੋ ਤੇ ਗੁਰੂ ਹੀ ਰਹੋਗੇ। ਜੇ ਕਿਸੇ ਨੇ ਰੱਬ ਨੂੰ ਪਾਣਾ ਹੈ ਤੇ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਤੁਹਾਨੂੰ ਕਿੱਥੇ ਨਹੀਂ ਮਿਲਣਾ। ਤੋ ਇਹ ਵਡਿਆਈਆਂ ਆਪਣੀ ਕਲਾਮਾਂ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਲਿਖ ਕੇ ਔਰ ਉਹ ਹਾਸਿਲ ਕੀਤਾ। ਅੱਜ ਜਿੱਥੇ ਤੁਸੀਂ ਨਕਮਸਤਕ ਹੁੰਦੇ ਹੋ ਬਾਣੀ ਨੂੰ, ਤੁਸੀਂ ਸਮਝੋ ਭਾਈ ਨੰਦ ਲਾਲ ਜੀ ਤੇ ਵੀ ਨਕਮਸਤਕ ਹੋ ਰਹੇ ਹੋ। ਤੋ ਇਹ ਬਖਸ਼ਿਸ਼ਾਂ ਤਦ ਹੁੰਦੀਆਂ ਨੇ ਜਦੋਂ ਮਾਲਕ ਤੁੱਠਦਾ ਹੈ, ਜਦੋਂ ਮਾਲਿਕ ਬਖਸ਼ਿਸ਼ ਕਰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ। ਇਹ ਨਾ ਸੋਚਣਾ ਕਿ ਮੈਂ ਰੋਜ਼ ਨੇਮ ਕਰਨਾ, ਇਸ ਗੱਲ ਤੋਂ ਮਨ ਵਿੱਚੋਂ ਕੱਢ ਦੇਣਾ। ਮੈਂ ਹਮੇਸ਼ਾ ਕਹਿਣਾ ਚੰਗੇ ਗੁਣ ਕਦੀ ਵੀ ਆਣ, ਇਹ ਸੋਚ ਲੈਣਾ ਮੈਨੂੰ ਪਰਮਾਤਮਾ ਤੁੱਠਿਆ ਮੇਰੇ ਤੇ ਤਾਂ ਮੈਂ ਕਰ ਰਿਹਾ, ਮਾੜੇ ਮੈਂ ਕਰ ਸਕਣਾ ਵਾਂ, ਚੰਗੇ ਜੇ ਕੋਈ ਕਰਵਾ ਰਿਹਾ ਤੇ ਗੁਰੂ ਕਰਵਾ ਰਿਹਾ। ਇਹ ਸੱਚ ਗੱਲ ਜੇ ਬਿਲਕੁਲ ਪੱਲੇ ਬੰਨ ਲਓ। ਜਦੋਂ ਕਦੀ ਕੋਈ ਨੇਮ ਸੇਵਾ ਸਿਮਰਨ ਕਰ ਰਹੇ ਹੋ, ਅੱਛਾ ਪੜ੍ਹ ਰਹੇ ਹੋ, ਮਨ ਵਿੱਚ ਕਦੀ ਹੰਕਾਰ ਨਾ ਲਿਆਣਾ। ਜਿਸ ਦਿਨ ਹੰਕਾਰ ਆ ਗਿਆ ਉਸ ਦਿਨ ਇਹ ਪੰਕਤੀ ਤੋਂ ਵਾਂਝੇ ਹੋ ਜਾਓਗੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਜੇ ਉਹ ਬਖਸ਼ਿਸ਼ ਕਰਦਾ ਹੈ ਗੁਣ ਨਿਦਾਨ ਗੁਣ ਤਿਨ ਹੀ ਗਾਏ ਜਾ ਕੋ ਕਿਰਪਾ ਧਾਰੀ। ਗੁਰੂ ਦੇ ਖਜ਼ਾਨੇ, ਗੁਰੂ ਦੇ ਗੁਣਾਂ ਦੇ ਖਜ਼ਾਨੇ ਉਹੀ ਗਾ ਸਕਦਾ ਜਿਹਦੇ ਤੇ ਉਹਦੀ ਕਿਰਪਾ ਹੋਵੇ। ਤੇ ਜੇ ਕਿਰਪਾ ਹੋਈਏ ਤੁਸੀਂ ਸਾਰੇ ਸੰਗਤੀ ਰੂਪ ਵਿੱਚ ਬੈਠੇ ਹੋ। ਤਾਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇੰਨੀਆਂ ਬਖਸ਼ਿਸ਼ਾਂ ਕਰ ਦਿੰਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਪਾਤਸ਼ਾਹ ਉਹ ਪਾਤਸ਼ਾਹੀਆਂ ਦੀ ਪਾਤਸ਼ਾਹੀਆਂ ਸਾਨੂੰ ਬਖਸ਼ ਦਿੰਦਾ ਹੈ। ਤੋ ਐਸੇ ਦੀਨ ਦਿਆਲ ਸਤਿਗੁਰੂ ਦੇ ਅਸੀਂ ਕੁਰਬਾਨ ਜਾਈਏ। ਮਹਾਰਾਜ ਕਿਰਪਾ ਕਰਨ ਭਾਈ ਨੰਦ ਲਾਲ ਜੀ ਦੇ ਜੀਵਨ ਵਿੱਚੋਂ 1-2 ਪੈਸੇ 5 ਪੈਸੇ 10 ਪੈਸੇ ਅਸੀਂ ਵੀ ਅੱਜ ਦਾ ਜੀਵਨ ਸੁਣ ਕੇ ਆਪਣੇ ਜੀਵਨ ਵਿੱਚ ਬਦਲਾਵ ਲਿਆਈਏ। ਦਾਸ ਕੂਕਰ ਦੀ ਵੀ ਅਰਦਾਸ ਕਰੋ ਕਿ ਜੋ ਕੁਛ ਮਹਾਰਾਜ ਬੁਲਵਾਉਂਦੇ ਨੇ ਉਹਦੇ ਉੱਤੇ ਅਸੀਂ ਕੁਝ ਪੈਸੇ ਅਸੀਂ ਵੀ ਚੱਲ ਸਕੀਏ। ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਨੇ, ਮਹਾਰਾਜ ਕਿਰਪਾ ਕਰਨ। ਬਖਸ਼ੰਦ ਸਤਿਗੁਰੂ ਬੈਠੇ ਨੇ ਔਰ ਸਾਰੀ ਸੰਗਤ ਕਾਮ ਧੇਨੂੰ ਬੈਠੀ ਹੈ, ਬਖਸ਼ਣਹਾਰ ਬੈਠੀ ਹੈ। ਉਹ ਸਾਡੇ ਔਗਣ ਗਲਤੀ ਨਾ ਚਿਤਾਰਨਾ। ਅਸੀਸ ਬਖਸ਼ੋ, ਕਥਾ ਕਰਨ ਦੀ ਜਾਚ ਆ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।